श्रोमणी अकाली दल मान के मुखी सिमरनजीत सिंह मान ने आज श्री हरमंदिर साहब में माथा टेका और श्री अकाल तख्त साहब पर सर्बत भला की अरदास की। उन्होंने कहा कि सरकार के जबर का मुकाबला हम अपने अमन से देंगे। 26 जनवरी को दिल्ली में जो कुछ भी हुआ उसमें तिरंगे का अपमान नहीं किया गया। इस दिन सरकार की तमाम खुफिया एजेंसियां, मिलिट्री, रॉ, आईबी और भी दूसरी एजेंसियां दिल्ली में होती हैं, जो ये रिपोर्ट सरकार तक भेजती हैं कि इस दिन किसी तरह का कोई खतरा नहीं है और कोई गड़बड़ी नहीं होगी। लाल किले पर निशान साहब चढ़ाना गलत नहीं। केंद्र सरकार किसानों को उजाड़ने पर तुली हुई है। लंबे समय से किसान कृषि कानूनों को रद्द करवाने के लिए संघर्ष कर रहे हैं, लेकिन केंद्र सरकार उनकी बात सुन नहीं रही। उन्होंने ये भी कहा कि सिख एक आज़ाद कौम है। हाँ जी मान साहब ਜਿਹੜਾ ਜੱਥਾ ਭੇਜ ਰਹੇ ਹੋ ਇਹਦੇ ਬਾਰੇ ਦੱਸੋ ਜੀ ਪਹਿਲੇ। ਇਹਦੇ ਬਾਰੇ ਸਿੱਖ ਕੌਮ ਦੀ ਰਸਮ ਹੈ ਕਿ ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਜ਼ਬਰ ਦਾ ਮੁਕਾਬਲਾ ਕਰਦੇ ਹਾਂ। ਸ਼ੁਰੂ ਤੋਂ ਲੈ ਕੇ ਅੱਜ ਤੱਕ ਬੇਸ਼ੱਕ ਮੁਗਲ ਹਕੂਮਤ ਹੋਵੇ, ਅਫਗਾਨ ਹਕੂਮਤ ਹੋਵੇ, ਅੰਗਰੇਜ਼ ਹਕੂਮਤ ਹੋਵੇ, ਅੱਜ ਹਿੰਦੂ ਹਕੂਮਤ ਹੈ। ਅੱਜ ਹਿੰਦੂ ਹਕੂਮਤ ਨੇ ਸਿੱਖ ਕੌਮ ਦੇ ਉੱਤੇ ਕੇਸ ਦਰਜ ਕੀਤੇ ਹੈ ਕਿ 26 ਤਰੀਕ ਜਿੱਦਣ ਇੰਡੀਆ ਦਾ ਸਭ ਤੋਂ ਵੱਡੀ ਪਰੇਡ ਹੁੰਦੀ ਹੈ, ਟੈਂਕ ਤੋਪ ਜਿੰਨਾ ਵੀ ਅਸਲਾ ਉਦਣ 26 ਤਰੀਕ ਨੂੰ ਦਿੱਲੀ ਦੇ ਵਿੱਚ ਦਿਖਾਇਆ ਜਾਂਦਾ। ਉਸ ਦਿਨ ਦਿੱਲੀ ਦੀ ਤੇ ਹਿੰਦ ਹਕੂਮਤ ਦੀ ਜਿਹੜੀ CID ਹੁੰਦੀ ਹੈ, ਖੁਫੀਆ, ਮਿਲਟਰੀ, ਰॉ, IB, ਹੋਰ ਏਜੰਸੀਆਂ ਜਿਹੜੀਆਂ ਦਿੱਲੀ ਪੁਲਿਸ ਦੀਆਂ, ਸਾਰੇ ਇੰਡੀਆ ਦੀਆਂ, ਉਹ ਆਪਣੀ ਰਿਪੋਰਟ ਭੇਜਦੇ ਹੈ ਕਿ ਰਿਪਬਲਿਕ ਡੇ ਦੇ ਵਿੱਚ ਕੋਈ ਗੜਬੜ ਨਹੀਂ ਹੋਊਗੀ, ਕੋਈ ਕਿਸੇ ਤਰ੍ਹਾਂ ਦੀ ਗੜਬੜ ਨਹੀਂ ਹੋਊਗੀ। ਅਸੀਂ ਸਿੱਖ ਜਿਹੜੇ ਹੈਗੇ ਹੈ, ਅਸੀਂ ਇੱਕ ਆਜ਼ਾਦ ਕੌਮ ਹੈ। ਪਹਿਲੀ ਪਾਤਸ਼ਾਹੀ ਕਹਿੰਦੇ ਅਸੀਂ ਨਾ ਹਿੰਦੂ ਨਾ ਮੁਸਲਮਾਨ, ਜਿਹਦਾ ਮਤਲਬ ਹੈ ਕਿ ਇਸ ਹੁਕਮ ਦੇ ਨਾਲ ਪਹਿਲੀ ਪਾਤਸ਼ਾਹੀ ਨੇ ਦੋ ਚੀਜ਼ਾਂ ਸਾਨੂੰ ਦਿੱਤੀਆਂ, ਇੱਕ ਲਹਿਦਾ ਧਰਮ ਤੇ ਇੱਕ ਲਹਿਦਾ ਕੌਮੀਅਤ। ਕੌਮੀਅਤ ਦੀ ਬਣਾ ਦੇ ਉੱਤੇ 6ਵੇਂ ਪਾਤਸ਼ਾਹ ਨੇ ਸਾਨੂੰ ਨਿਸ਼ਾਨ ਸਾਹਿਬ ਦਿੱਤੇ ਹੈ, ਜਿਹੜੇ ਉੱਥੇ ਝੂਲ ਰਹੇ ਹੈ। ਸਿੱਖ ਹਮੇਸ਼ਾ ਹਕੂਮਤ ਦੇ ਗੜ੍ਹ ਦੇ ਵਿੱਚ ਜਾ ਕੇ ਆਪਣਾ ਨਿਸ਼ਾਨ ਸਾਹਿਬ ਚੜ੍ਹਾਉਂਦੇ ਹੈ ਔਰ ਹਿੰਦ ਹਕੂਮਤ ਨੂੰ ਦੱਸਣ ਦੇ ਲਈ ਕਿ ਸਿੱਖ ਇੱਕ ਲਹਿਦਾ ਕੌਮ ਹੈ, ਇੱਕ ਲਹਿਦਾ ਮਜ਼ਹਬ ਹੈ, ਜਿਹਦੇ ਉੱਤੇ ਤੁਸੀਂ ਜ਼ਬਰ ਕਰ ਰਹੇ ਹੋ, ਕਿਸਾਨਾਂ ਨੂੰ ਭੁੱਖੇ ਮਾਰਤਾ, ਉਹਨਾਂ ਨੂੰ ਤੁਸੀਂ ਉਜਾੜ ਰਹੇ ਹੋ। ਸਾਡੇ ਸਿੱਖਾਂ ਨੇ ਲਾਲ ਕਿਲੇ ਦੇ ਉੱਤੇ ਜਾ ਕੇ ਨਿਸ਼ਾਨ ਸਾਹਿਬ ਚੜ੍ਹਾ ਦਿੱਤੇ ਹੈ। ਹਿੰਦੂ ਦਾ ਝੰਡਾ, ਹਿੰਦੁਸਤਾਨ ਦਾ ਤਿਰੰਗਾ, ਉਸ ਨੂੰ ਸਾਡੇ ਸਿੰਘਾਂ ਨੇ ਹੱਥ ਨਹੀਂ ਲਾਇਆ, ਪਰ ਉਸ ਦੇ ਬਰਾਬਰ ਨਿਸ਼ਾਨ ਸਾਹਿਬ ਚੜ੍ਹਾਤਾ। ਇਹ ਸਾਡਾ ਕੰਮ ਹੈ। ਬੇਸ਼ੱਕ ਮੁਗਲ ਆ ਜਾਣ, ਅਫਗਾਨ ਆ ਜਾਣ, ਅੰਗਰੇਜ਼ ਆ ਜਾਣ, ਹਿੰਦੂ ਕੌਮ ਆ ਜੇ, ਸਿੱਖ ਚੜ੍ਹਦੀ ਕਲਾ ਆਪਣੀ ਦਿਖਾਉਂਦੇ ਹੈ ਔਰ ਅਸੀਂ ਆਪਣਾ ਝੰਡਾ ਉੱਥੇ ਚੜ੍ਹਾਇਆ। ਚੀਨ ਲੱਦਾਖ ਦੇ ਇਲਾਕੇ ਦੇ ਵਿੱਚ ਕਬਜ਼ਾ ਕਰਕੇ ਬੈਠੀ ਹੈ। ਤੁਹਾਨੂੰ ਪਤਾ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ 1834 ਦੇ ਵਿੱਚ ਲੱਦਾਖ ਨੂੰ ਫਤਿਹ ਕਰਕੇ ਲਾਹੌਰ ਦਰਬਾਰ ਸਿੱਖ ਕੌਮ ਦੇ ਰਾਜ ਦੇ ਨਾਲ ਜੋੜ ਦਿੱਤਾ ਸੀ। ਅਸੀਂ ਸਿੱਖ ਜਿੱਥੇ ਹੋਰ ਪਾਸੇ ਹਿੰਦ ਹਕੂਮਤ ਦੀ ਇਮਦਾਦ ਨਹੀਂ ਕਰਦੇ, ਪਰ ਕਿਉਂ ਕਰਕੇ ਇਹ ਇਲਾਕੇ ਸਾਡੇ ਫਤਿਹ ਕੀਤੇ ਹੋਏ ਹੈ, ਉੱਥੇ ਫਿਰ ਨਰਿੰਦਰ ਮੋਦੀ ਜੀ ਨੇ ਸਿੱਖਾਂ ਦੇ ਬਟਾਲੀਅਨ ਭੇਜੇ। ਜਿੱਥੇ ਜਿੱਥੇ ਚੀਨ ਦੀ ਫੌਜ ਅੱਗੇ ਵਧੀ ਸੀ,
ਉੱਥੇ ਸਿੱਖ ਰੈਜੀਮੈਂਟਾਂ ਨੇ ਨਿਸ਼ਾਨ ਸਾਹਿਬ ਜੱਟ ਤੇ। ਉਸ ਤੋਂ ਬਾਅਦ ਚੀਨੀਆਂ ਨੂੰ ਪਤਾ ਲੱਗ ਗਿਆ ਕਿ ਜਿੱਥੇ ਸਿੱਖ ਹਿੰਦੂਤਵਾ ਦੇ ਨਾਲ ਨਾਰਾਜ਼ ਹੈ, ਪਰ ਇੱਥੇ ਉਹਨਾਂ ਦਾ ਸਾਂਝਾ ਮੋਰਚਾ ਹੈ, ਕਿਉਂ ਕਰਕੇ ਇਹ ਇਲਾਕਾ ਸਿੱਖਾਂ ਨੇ ਫਤਿਹ ਕੀਤਾ ਹੋਇਆ। ਉਹ ਨਰਮ ਪੈ ਗਈਆਂ ਫੌਜਾਂ ਚੀਨ ਦੀਆਂ, ਔਰ ਅੱਜ ਤੁਹਾਨੂੰ ਪਤਾ ਹੈ ਪਿੱਛੇ ਹਟਣ ਲੱਗੀਆਂ। ਜੇ ਚੀਨ ਦੇ ਅੱਗੇ ਨਿਸ਼ਾਨ ਸਾਹਿਬ ਗੱਡਣੇ ਜਾਇਜ਼ ਹੈਗੇ ਹੈ, ਫਿਰ ਲਾਲ ਕਿਲੇ ਦੇ ਉੱਤੇ ਵੀ ਨਿਸ਼ਾਨ ਸਾਹਿਬ ਚੜਾਉਣੇ ਜਾਇਜ਼ ਹੈ। ਸੋ ਸਾਡੀ ਪਾਰਟੀ ਜਿਹੜੀ ਹਮੇਸ਼ਾ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਰਹੀ ਹੈ, ਅਸੀਂ ਅੱਜ ਪਹਿਲਾ ਜਥਾ ਨਰਿੰਦਰ ਮੋਦੀ ਸਾਹਿਬ BJP RSS ਨੂੰ ਭੇਜਦੇ ਹੈ ਕਿ ਇਹਨਾਂ ਦਾ ਗ੍ਰਿਫਤਾਰ ਕਰੋ ਤੇ ਕੇਸ ਰੈੱਡ ਫੋਰਟ ਲਾਲ ਕਿਲੇ ਦੇ ਵਾਪਸ ਲਓ, ਨਹੀਂ ਤਾਂ ਹਰੇਕ ਹਫਤੇ ਦੇ ਬਾਅਦ ਇੱਕ ਜਥਾ ਚੱਲਦਾ ਰਹੂਗਾ ਔਰ ਅਗਲਾ ਜਥਾ ਤਖਤ ਦਮਦਮਾ ਸਾਹਿਬ ਤੋਂ ਚਾਲੂ ਹੋਊਗਾ। ਉਹ ਬੀਬੀਆਂ ਦਾ ਜਥਾ ਹੋਊਗਾ। ਬੋਲੇ ਸੋਨਿਹਾਲ। ਹੁਣ ਮੈਂ ਸਾਰੀ ਰਮਾਇਣ ਪੜ੍ਹਤੀ ਹੈ। ਮਾਨ ਸਾਹਿਬ ਨਹੀਂ, ਮੈਂ ਰਮਾਇਣ ਪੜ੍ਹਤੀ ਹੈ। ਹੁਣ ਜੇ ਕਿਸੇ ਨੇ ਪੁੱਛਣਾ ਕਿ ਸੀਤਾ ਕੌਣ ਸੀ, ਉਹ ਵੀ ਮੈਂ ਦੱਸ ਦੂੰਗਾ। ਮਾਨ ਸਾਹਿਬ ਪਿਛਲੇ 3 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਆ ਹਾਂਜੀ, ਤੇ ਭਾਰਤ ਸਰਕਾਰ ਜਿਹੜੇ ਖੇਤੀ ਕਾਨੂੰਨ ਆ ਵਾਪਸ ਲੈਣ ਨੂੰ ਤਿਆਰ ਨਹੀਂ। ਇਹਦੇ ਬਾਰੇ ਅਕਾਲੀ ਦਲ ਅੰਮ੍ਰਿਤਸਰ ਦਾ ਕੀ ਮੌਕਫ ਰਹੇਗਾ? ਅਸੀਂ ਕਿਸਾਨ ਜਿਹੜੇ ਉੱਥੇ ਜਦੋਜਹਿਦ ਕਰ ਰਹੇ ਹੈ, ਪੂਰੀ ਸਾਡੀ ਹਮਾਇਤ ਹੈ। ਤੇ ਸਾਡੇ ਜਸਕਰਨ ਸਿੰਘ ਬਰਾੜੀ ਦਿੱਲੀ ਦੇ ਵਿੱਚ ਉਹਨਾਂ ਨੇ ਕੈਂਪ ਲਾਇਆ ਹੋਇਆ ਸੀ, ਜਿਹੜਾ ਹਕੂਮਤ ਨੇ 26 ਤਰੀਕ ਨੂੰ ਪੱਟਦਾ ਸੀ, ਔਰ ਸਾਡੇ ਸਿੰਘ ਉੱਥੋਂ ਗ੍ਰਿਫਤਾਰ ਕੀਤੇ ਸੀ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਹਿੰਦ ਹਕੂਮਤ ਨੂੰ ਪਤਾ ਲੱਗ ਗਿਆ ਕਿ ਇਹ ਨਜਾਇਜ਼ ਹਰਕਤ ਅਸੀਂ ਕੀਤੀ ਹੈ, ਉਹ ਸਾਰੇ ਰਿਹਾ ਹੋ ਗਏ ਹੈ। ਸਾਨੂੰ ਦੁੱਖ ਹੈ ਕਿ ਛੋਟੀਆਂ ਨੰਨੀਆਂ ਬੀਬੀਆਂ ਜਿਵੇਂ ਬੀਬੀ ਦਿਸ਼ਾ ਉਹਦਾ ਨਾਮ ਦਿਸ਼ਾ ਰਾਵੀ, ਉਹਨੂੰ ਮੈਜਿਸਟ੍ਰੇਟ ਨੇ 1 ਦਿਨ ਦਾ ਰਿਮਾਂਡ ਪੁਲਿਸ ਨੂੰ ਦੇ ਦਿੱਤਾ। ਪੁਲਿਸ ਬੀਬੀਆਂ ਦੀ ਛਿੱਲ ਲਾਉਂਦੀ ਹੈ ਤੇ ਅਸੀਂ ਮੈਜਿਸਟ੍ਰੇਟ ਦੀ ਨਿੰਦਿਆ ਕਰਦੇ ਹਾਂ ਜਿਹਨੇ ਇਹੋ ਜਿਹਾ ਜ਼ਾਲਮ ਹੁਕਮ ਦਿੱਤਾ। ਅਸੀਂ ਉਸ ਬੀਬੀ ਦੇ ਨਾਲ ਖੜੇ ਹਾਂ ਤੇ ਬਾਕੀ ਦੇ ਜਿਹੜੇ ਸਿੱਖ ਸਾਡੇ ਜੇਲ੍ਹਾਂ ਦੇ ਵਿੱਚ ਹੈ, ਉਹਨਾਂ ਨੂੰ ਵੀ ਹਕੂਮਤ ਜਲਦੀ ਤੋਂ ਜਲਦੀ ਛੱਡੇ ਔਰ ਸਿੱਖ ਕੌਮ ਦੇ ਨਾਲ ਗੱਲਬਾਤ ਕਰੇ। ਜਿੱਥੇ ਤੱਕ ਕਿਸਾਨਾਂ ਦਾ ਮੋਰਚਾ, ਮੈਂ ਉਹਨਾਂ ਨੂੰ ਸੁਝਾਅ ਦਿੰਦਾ ਕਿ ਆਪ ਜੀ ਨੇ ਸਵਾਏ ਪ੍ਰਾਈਮ ਮਿਨਿਸਟਰ ਤੋਂ ਘੱਟ ਗੱਲ ਨਹੀਂ ਕਰਨੀ, ਕਿਉਂ ਕਰਕੇ ਜਿਹੜੇ ਕਾਨੂੰਨ ਨਜਾਇਜ਼ ਉਹਨਾਂ ਨੇ ਬਣਾਏ ਹੈ ਸਟੇਟ ਲਿਸਟ ਦੇ ਉੱਤੇ ਕੌਨਸਟੀਟਿਊਸ਼ਨ ਦੀ, ਤੇ ਸਿਰਫ ਸੂਬਾ ਕਾਨੂੰਨ ਬਣਾ ਸਕਦਾ ਹੈ, ਸੈਂਟਰ ਕਾਨੂੰਨ ਨਹੀਂ ਬਣਾ ਸਕਦਾ। ਜਦੋਂ ਮੋਦੀ ਸਾਹਿਬ ਨੇ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਗੱਲ ਕੀਤੀ ਹੈ ਤਾਂ ਫਿਰ ਗੱਲ ਨਰਿੰਦਰ ਮੋਦੀ ਦੇ ਨਾਲ ਕਰੋ। ਉਹ ਤੋਂ ਘੱਟ ਬਿਲਕੁਲ ਆਪਣੀ ਪਿੱਠ ਉੱਧਰਲੇ ਪਾਸੇ ਕਰ ਦੋ कि ਅਸੀਂ 2 नंबर के साथ बात नहीं करेंगे। ਮਾਨ ਸਾਹਿਬ ਨੈਸ਼ਨਲ ਮੀਡੀਆ ਖਾਸ ਕਰਕੇ ਜਿਹੜਾ ਭਾਰਤ ਦਾ ਜਿਹੜਾ ਰਾਸ਼ਟਰਵਾਦ ਦੀ ਪ੍ਰਚਾਰ ਕਰ ਰਿਹਾ, ਉਹ ਇਸ ਕਿਸਾਨ ਸੰਘਰਸ਼ ਨੂੰ ਕਦੀ ਨੈਕਸਲਾਈਟ ਕਹਿ ਦਿੰਦਾ ਹੈ, ਕਦੀ ਖਾਲਿਸਤਾਨੀ ਕਹਿ ਦਿੰਦਾ ਹੈ। ਤੁਹਾਨੂੰ ਕੀ ਲੱਗਦਾ? ਜਿਹੜਾ ਸੈਂਟਰ ਦੀ ਸਰਕਾਰ ਹੈ ਉਹ ਅੱਜ ਜ਼ੁਲਮ चिट्ठी से छत्तीसगढ़, बिहार, मध्य प्रदेश, महाराष्ट्र, उड़ीसा ਜਿਹੜੇ ਆਦਿਵਾਸੀ ਲੋਕ ਹੈ ਉਹਨਾਂ ਦੇ ਉੱਤੇ ਜ਼ੁਲਮ ਕਰਦੀ ਹੈ। ਉਹਨਾਂ ਨੂੰ ਕਹਿੰਦੀ ਹੈ ਨਕਸਲਾਈਟ ਹੈ ਤੇ ਇਹ ਮਾਓਵਾਦੀ ਹੈ ਤੇ ਉਹਨਾਂ ਨੂੰ ਜਾਨੋਂ ਮਾਰ ਦਿੰਦੇ ਆ। ਅੱਜ ਇਹੀ ਹਕੂਮਤ ਕਸ਼ਮੀਰ ਦੇ ਵਿੱਚ ਜ਼ੁਲਮ ਕਰ ਰਹੀ ਹੈ। ਜੇ ਫੌਜ ਕਿਸੇ ਨੂੰ ਵੀ ਮਾਰ ਦੇ
ਉਸ ਨੂੰ ਇਨਸਾਫ ਨਹੀਂ ਮਿਲ ਸਕਦਾ, ਕਿਉਂ ਕਰਕੇ ਸੁਪਰੀਮ ਕੋਰਟ ਜਿਹਦਾ ਫਰਜ਼ ਹੈ ਕਿ ਸੰਵਿਧਾਨ ਦੇ ਮੁਤਾਬਕ ਸਾਰੇ ਕਾਨੂੰਨ ਚੱਲਣ, ਉਹ ਅੱਜ ਸੁਪਰੀਮ ਕੋਰਟ ਦਖਲਅੰਦਾਜ਼ੀ ਨਹੀਂ ਦੇ ਰਹੀ। ਔਰ ਮੁਸਲਮਾਨਾਂ ਦੇ ਉੱਤੇ ਜੋ ਜ਼ੁਲਮ, ਜਦੋਂ ਪ੍ਰੈਜ਼ੀਡੈਂਟ ਅਮਰੀਕਾ ਦੇ ਪਿਛਲੇ ਸਾਲ ਟਰੰਪ ਸਾਹਿਬ ਆਏ ਹੈ, ਉੱਥੇ ਜੋ ਮੁਸਲਮਾਨਾਂ ਦੇ ਉੱਤੇ ਜ਼ੁਲਮ ਹੋਇਆ ਹੈ, ਕਸ਼ਮੀਰ ਦੇ ਵਿੱਚ ਹੋ ਰਿਹਾ ਹੈ, ਆਦਿਵਾਸੀਆਂ ਦੇ ਉੱਤੇ ਹੋ ਰਿਹਾ ਹੈ, CPI ਤੇ CPM ਨੂੰ ਬੋਲਣਾ ਚਾਹੀਦਾ ਹੈ। ਜਿਹੜਾ ਅੱਜ ਉਹ ਨਹੀਂ ਬੋਲ ਰਹੇ, ਅਸੀਂ ਉਹਨਾਂ ਦੀ ਇਮਦਾਦ ਕਰਾਂਗੇ ਤੇ CPI ਤੇ CPM ਚੌਕਸੀ ਵਰਤਣ ਤੇ ਜਿਹੜੀ ਉਹਨਾਂ ਨੂੰ ਪਾਵਰ ਲੋਕਾਂ ਨੇ ਦਿੱਤੀ ਹੈ ਉਸ ਨੂੰ ਇਸਤੇਮਾਲ ਕਰਨ। ਮਾਨ ਸਾਹਿਬ, ਮੇਰਾ ਲਾਸਟ ਕੁਐਸਚਨ ਹੈ। ਨਨਕਾਣਾ ਸਾਹਿਬ 18 ਫਰਵਰੀ ਨੂੰ ਜੱਥਾ ਜਾਣਾ ਸੀ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਯਾਦ ਮਨਾਉਣ ਵਾਸਤੇ। ਭਾਰਤ ਸਰਕਾਰ ਨੇ ਐਨ ਮੌਕੇ ਦੇ ਉੱਤੇ ਉਹ ਰੋਕ ਦਿੱਤਾ ਜੱਥੇ ਨੂੰ ਜਾਣ ਤੋਂ। ਜਿਹੜੇ ਨਵੇਂ ਪ੍ਰੈਜ਼ੀਡੈਂਟ ਸਾਹਿਬ ਹੈਗੇ ਆ ਅਮਰੀਕਾ ਦੇ, ਉਹਨਾਂ ਨੂੰ ਅਸੀਂ ਇੱਕ ਰਿਪੋਰਟ ਭੇਜੀ ਹੈ ਕਿ ਸਿੱਖਾਂ ਦੇ ਉੱਤੇ ਇੰਡੀਆ ਦੀ ਹਿੰਦੂਤਵਾ ਸਰਕਾਰ ਜ਼ੁਲਮ ਕਰ ਰਹੀ ਹੈ। ਸਾਡੀ ਜਿਹੜੀ ਧਰਮ ਦੀ ਆਜ਼ਾਦੀ ਹੈ ਪਾਕਿਸਤਾਨ ਜਾਣ ਦੀ, ਉਹ ਇਸ ਹਕੂਮਤ ਨੇ ਜਬਰਨ ਬੰਦ ਕੀਤੀ ਹੋਈ ਹੈ। ਰੋਜ਼ ਆਪਾਂ ਅਰਦਾਸ ਕਰਦੇ ਹਾਂ, ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ ਉਹਨਾਂ ਦੇ ਮਹਾਰਾਜ ਦਰਸ਼ਨ ਦੀਦਾਰ ਕਰਾਉਣ। ਸਾਡੀ ਅਰਦਾਸ ਦੇ ਵਿੱਚ BJP RSS ਨੇ ਵਿਘਨ ਪਾਇਆ। ਅਸੀਂ ਪੂਰੀ ਰਿਪੋਰਟ ਸਾਰੀ ਦੁਨੀਆ 'ਚ ਭੇਜਤੀ ਹੈ ਕਿ ਸਿੱਖ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਖਤਰਾ ਹੋ ਸਕਦਾ ਹੈ, ਉੱਥੇ ਕੋਵਿਡ ਹੈ। ਜੇ BJP ਦੇ ਲੀਡਰ ਬਾਹਰ ਦੇ ਮੁਲਕਾਂ 'ਚ ਜਾ ਸਕਦੇ ਹੈ, ਉਹਨਾਂ ਨੂੰ ਕੋਵਿਡ ਨਹੀਂ ਖਾਂਦਾ, ਤੇ ਸਾਨੂੰ ਸਿੱਖਾਂ ਨੂੰ ਪਾਕਿਸਤਾਨ 'ਚ ਕੌਣ ਖਾ ਸਕਦਾ ਹੈ? ਸਾਨੂੰ ਖਤਰਾ ਮੁਸਲਮਾਨ ਤੋਂ ਨਹੀਂ ਹੈ, ਨਾ ਸਾਨੂੰ ਹੋਰ ਕਿਸੇ ਤੋਂ ਹੈ। ਇਹ ਖਤਰਾ ਮੁਸਲਮਾਨ ਤੇ ਹਿੰਦੂ ਨੇ 1000 ਸਾਲ ਤੋਂ ਪੈਦਾ ਕੀਤਾ ਹੋਇਆ ਹੈ ਨਫ਼ਰਤ ਦੇ ਵਿੱਚ, ਤੇ ਸਾਨੂੰ ਉਸ ਚੱਕੀ ਦੇ ਵਿੱਚ ਪੀ ਰਹੇ ਹੈ। ਜਦ ਅਸੀਂ ਨਾ ਹਿੰਦੂ ਹੈ ਨਾ ਅਸੀਂ ਮੁਸਲਮਾਨ ਹੈ, ਅਸੀਂ ਇੱਕ ਅਲੱਗਾ ਕੌਮ ਹੈ। ਸਾਡਾ ਹੱਕ ਹੈ, ਰਿਲੀਜੀਅਸ ਫਰੀडम ਹੈ ਕਿ ਅਸੀਂ ਜਿੱਥੇ ਸਾਡਾ ਧਰਮ ਹੋਵੇ ਅਸੀਂ ਉੱਥੇ ਜਾ ਸਕੀਏ। ਜਿਵੇਂ ਹਿੰਦੂ ਮਾਨਸਰੋਵਰ ਜਾ ਸਕਦਾ, ਕੈਲਾਸ਼ ਜਾ ਸਕਦਾ, ਚੀਨ ਦੇ ਵਿੱਚ ਕਿਤੇ ਵੀ ਜਾ ਸਕਦਾ, ਮੁਸਲਮਾਨ ਮੱਕੇ ਜਾ ਸਕਦਾ, ਅਸੀਂ ਪਾਕਿਸਤਾਨ ਆਪਣੇ ਗੁਰਦੁਆਰਿਆਂ ਦੇ ਵਿੱਚ ਜਾ ਸਕਦੇ ਹਾਂ। ਤੇ ਇਹ ਹੱਕ ਨੂੰ ਅਸੀਂ ਅਜਮਾਵਾਂਗੇ। ਤੇ SGPC ਥੋੜ੍ਹੀ ਜਿਹੀ ਤਕੜੀ ਹੋਵੇ, ਨਵੇਂ ਇਲੈਕਸ਼ਨ ਹੋਣ, ਨਵਾਂ ਖੂਨ ਇੱਥੇ ਆਵੇ। ਪੁਰਾਣੀ SGPC ਆਪਣੀ ਟਰਮ ਖਤਮ ਕਰ ਚੁੱਕੀ ਹੈ। ਇਹਦੇ ਵਿੱਚ ਸਿੱਖੀ ਦਾ ਕੋਈ ਅਸਰ ਨਹੀਂ ਰਿਹਾ। ਜਿਵੇਂ ਸੈਂਟਰ ਕਹਿੰਦਾ ਉਸੇ ਤਰ੍ਹਾਂ ਇਹ SGPC ਚੱਲਦੀ ਹੈ। ਇਹ ਸਿੱਖ ਕੌਮ ਦੀ ਅੱਜ ਨੁਮਾਇੰਦਗੀ ਨਹੀਂ ਕਰ ਰਹੀ। ਥੈਂਕ ਯੂ ਵੈਰੀ ਮਚ।